हेलो एवरीवन, वेलकम टू माय चैनल स्टडी जोन। मैं आज आप कर रहे हैं क्लास 10th की साइंस का चैप्टर नंबर 1 केमिकल रिएक्शंस एंड इक्वेशंस। कंसीडर द फॉलोइंग सिचुएशंस ऑफ डेली लाइफ एंड थिंक व्हाट हैपन्स व्हेन मिल्क इज लेफ्ट एट रूम टेम्परेचर ड्यूरिंग समर्स एंड आयरन तवा पैन नील इज लेफ्ट exposed to humid atmosphere, grapes get fermented, food is cooked, food gets digested in our body and we respire। सो ये जिन्नियां भी कंडीशनस आ ਇਹ ਕਿਉਂ ਹੁੰਦੀਆਂ। ਫਸਟ ਜਿਵੇਂ ਆ ਮਿਲਕ ਇਜ਼ ਲੈਫਟ ਐਟ ਰੂਮ ਟੈਂਪਰੇਚਰ ਡਿਊਰਿੰਗ ਸਮਰਸ। ਹੁਣ ਜਦੋਂ ਗਰਮੀਆਂ ਹੁੰਦੀਆਂ ਆਪਾਂ ਰੂਮ ਟੈਂਪਰੇਚਰ ਵਿੱਚ ਅਗਰ ਮਿਲਕ ਨੂੰ ਰੱਖ ਦਈਏ ਤਾਂ ਕੀ ਹੋਏਗਾ, ਜਿਹੜਾ ਮਿਲਕ ਆ ਉਹ ਫਟ ਜਾਏਗਾ, ਠੀਕ ਹੈ, ਮਤਲਬ ਖਰਾਬ ਹੋ ਜਾਂਦਾ ਵਾ। ਸੈਕਿੰਡ ਐਂਡ ਆਇਰਨ ਤਵਾ, ਜਦੋਂ ਕੋਈ ਲੋਹੇ ਦਾ ਕੋਈ ਇਹ ਚੀਜ਼ ਜਾਂ ਕੋਈ ਆਪਣੇ ਕੋਲ ਤਵਾ ਹੁੰਦਾ ਵਾ, ਜਦੋਂ ਆਪਾਂ ਉਹਨੂੰ ਹਿਊਮਿਡ ਮਤਲਬ ਕਾਫੀ ਜ਼ਿਆਦਾ ਸਿੱਲੀ ਜਿਹੀ ਜਗ੍ਹਾ 'ਤੇ ਰੱਖਦੇ ਹਾਂ ਅਤੇ ਕੀ ਹੁੰਦਾ ਵਾ ਕਿ ਉਹ ਕਾਲਾ ਜਿਹਾ ਪੈਨ ਨੂੰ ਜੰਗ ਲੱਗਣਾ ਸ਼ੁਰੂ ਹੋ ਜਾਂਦਾ ਵਾ। ਇਸੇ ਤਰ੍ਹਾਂ ਜਿਹੜੇ ਗ੍ਰੇਪਸ ਅੰਗੂਰ ਹੁੰਦੇ ਆ ਉਹਨਾਂ ਦਾ ਖੱਟੇ ਹੋਣਾ, ਠੀਕ ਹੈ। ਫੂਡ ਕੁਕਡ ਖਾਣਾ ਜਦੋਂ ਆਪਾਂ ਬਣਾ ਲੈਂਦੇ ਹਾਂ ਐਂਡ ਫੂਡ ਡਾਈਜੈਸਟਡ ਇਨ ਆਵਰ ਬੋਡੀ, ਖਾਣਾ ਜਦੋਂ ਆਪਣੀ ਬੋਡੀ 'ਚ ਡਾਈਜੈਸਟ ਹੋ ਜਾਂਦਾ ਵਾ, ਜਾਂ ਫਿਰ ਆਪਣੀ ਰੈਸਪੀਰੇਸ਼ਨ ਸਿਸਟਮ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕੀ ਵਾ, ਇਹ ਸਾਰੀਆਂ ਚੀਜ਼ਾਂ ਕੈਮੀਕਲ ਪ੍ਰੋਸੈਸ ਹੈ, ਕਿਉਂਕਿ ਇਹਦੇ ਵਿੱਚ ਇੱਕ ਸਬਸਟਾਂਸ ਆਪਣੀ ਫਸਟ ਸਟੇਟ ਤੋਂ ਕਿਸੇ ਹੋਰ ਸਟੇਟ ਵਿੱਚ ਚੇਂਜ ਹੋ ਜਾਂਦਾ ਵਾ ਅਤੇ ਵਾਪਸ ਉਹ ਉਸ ਫਸਟ ਸਟੇਟ ਵਿੱਚ ਨਹੀਂ ਆ ਸਕਦਾ। ਸੋ ਇਹ ਸਾਰੀਆਂ ਜਿਹੜੀਆਂ ਕੀ ਵਾ ਆਪਣੀਆਂ ਕੈਮੀਕਲ ਰਿਐਕਸ਼ਨਸ ਆ। ਸੋ ਕੈਮੀਕਲ ਰਿਐਕਸ਼ਨ ਆਪਾਂ ਕੀ ਬੋਲ ਸਕਦੇ ਹਾਂ ਕਿ whenever a chemical change occurs we can say that a chemical reaction has take place। ਮਤਲਬ ਜਦੋਂ ਵੀ ਕੋਈ ਕੈਮੀਕਲ ਚੇਂਜ ਹੁੰਦਾ ਵਾ ਅਤੇ ਆਪਾਂ ਕੀ ਕਹਾਂਗੇ ਕਿ ਇੱਕ ਕੈਮੀਕਲ ਰਿਐਕਸ਼ਨ ਹੋਈ ਹੈ, ਠੀਕ ਹੈ। ਦੈਨ ਉਸ ਤੋਂ ਅੱਗੇ ਐਕਟੀਵਿਟੀ ਆ clean a magnesium ribbon with a magnesium ribbon about 3 to 4 centimeter long by rubbing it with a sandpaper। ਹੁਣ ਇੱਕ ਮੈਗਨੀਸ਼ੀਅਮ ਰਿਬਨ ਲੈਣਾ ਆਪਾਂ 3 ਤੋਂ 4 ਸੈਂਟੀਮੀਟਰ ਦਾ ਅਤੇ ਉਹਨੂੰ ਸੈਂਡ ਪੇਪਰ ਦੀ ਹੈਲਪ ਨਾਲ ਪਹਿਲਾਂ ਉਹਨੂੰ ਰਬ ਕਰ ਲੈਣਾ ਚੰਗੀ ਤਰ੍ਹਾਂ। ਹੁਣ ਇਹਨੂੰ ਆਪਾਂ ਰਬ ਕਿਉਂ ਕਰਦੇ, ਇੱਕ ਕੁਐਸਚਨ ਇੱਥੇ ਅਰਾਈਜ਼ ਹੁੰਦਾ ਵਾ ਕਿ ਜਿਹੜਾ ਮੈਗਨੀਸ਼ੀਅਮ ਰਿਬਨ ਆ ਉਹਨੂੰ ਰਬ ਕਿਉਂ ਕੀਤਾ ਜਾਂਦਾ ਵਾ। ਸੋ ਇਹਦਾ ਰੀਜ਼ਨ ਕੀ ਵਾ ਕਿ ਮੈਗਨੀਸ਼ੀਅਮ ਰਿਬਨ ਆ ਜਿਹੜਾ ਆਕਸੀਜਨ ਨਾਲ, ਜਿਹੜੀ ਆਪਣੀ ਇਨਵਾਇਰਮੈਂਟ ਵਿੱਚ ਆਕਸੀਜਨ ਅਵੇਲੇਬਲ ਆ ਉਹਦੇ ਨਾਲ ਰਿਐਕਟ ਕਰਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ, ਠੀਕ ਹੈ। ਆਪਣੇ ਇਨਵਾਇਰਮੈਂਟ ਵਿੱਚ ਆਕਸੀਜਨ ਜਿਹੜੀ ਗੈਸ ਆ ਉਹਦੀ ਵਜ੍ਹਾ ਨਾਲ ਜਿੰਨੀਆਂ ਵੀ ਚੀਜ਼ਾਂ ਵਾ ਬਰਨ ਹੁੰਦੀਆਂ, ਮਤਲਬ ਜੋ ਵੀ ਆਪਣੀ ਇਨਵਾਇਰਮੈਂਟ ਵਿੱਚ ਜਲਣ ਦੀ ਪ੍ਰੋਸੈਸ ਹੁੰਦੀ ਉਹ ਕਿਹਦੇ ਕਰਕੇ ਹੁੰਦੀ ਆ, ਆਕਸੀਜਨ ਗੈਸ ਦੀ ਅਵੇਲੇਬਿਲਿਟੀ ਕਰਕੇ। ਸੋ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਆਪਾਂ ਆਪਣੀ ਐਟਮੋਸਫੇਅਰ ਵਿੱਚ ਜਿਹੜੀ ਆਕਸੀਜਨ ਗੈਸ ਪ੍ਰੈਜ਼ੈਂਟ ਆ ਉਹਦੀ ਪ੍ਰੈਜ਼ੈਂਸ ਵਿੱਚ ਜਦੋਂ ਬਰਨ ਕਰਦੇ ਆ ਦੋਨਾਂ ਨੂੰ ਅਤੇ ਕੀ ਹੁੰਦਾ ਵਾ, ਮੈਗਨੀਸ਼ੀਅਮ ਆਕਸਾਈਡ ਬਣਦਾ ਵਾ। ਸੋ ਆਪਾਂ ਨੂੰ ਪਤਾ ਕਿ ਆਪਣੇ ਇਨਵਾਇਰਮੈਂਟ ਵਿੱਚ ਆਲਰੇਡੀ ਆਕਸੀਜਨ ਗੈਸ ਹੈਗੀ। ਸੋ ਜਦੋਂ ਮੈਗਨੀਸ਼ੀਅਮ ਰਿਬਨ ਸਟਾਰਟਿੰਗ ਵਿੱਚ ਹੀ ਉਹਦੇ ਵਿੱਚ ਆਕਸੀਜਨ ਗੈਸ ਰਿਐਕਟ ਕਰਕੇ ਉਹਦੇ ਉੱਪਰ ਇੱਕ ਮੈਗਨੀਸ਼ੀਅਮ ਆਕਸਾਈਡ ਦੀ ਲੇਅਰ ਆਲਰੇਡੀ ਹੀ ਬਣਾ ਦਿੰਦੀ ਹੈ। ਸੋ ਉਹਨੂੰ ਦੁਬਾਰਾ ਆਕਸੀਜਨ ਦੇ ਨਾਲ ਰਿਐਕਟ ਕਰਵਾ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਣ ਲਈ ਪਹਿਲਾਂ ਉਹਨੂੰ ਰਬ ਕਰਨਾ ਪੈਂਦਾ ਸੈਂਡ ਪੇਪਰ ਨਾਲ, ਤਾਂ ਕਿ ਜਿਹੜੀ ਮੈਗਨੀਸ਼ੀਅਮ ਆਕਸਾਈਡ ਦੀ ਲੇਅਰ ਆ ਜਿਹੜੀ ਪਹਿਲਾਂ ਤੋਂ ਬਣੀ ਹੋਈ ਵਾ ਉਹਨੂੰ ਰਿਮੂਵ ਕਰ ਦਿੱਤਾ ਜਾਏ ਐਂਡ ਦੁਬਾਰਾ ਆਪਾਂ ਆਕਸੀਜਨ ਦੇ ਨਾਲ ਰਿਐਕਟ ਕਰਕੇ ਮੈਗਨੀਸ਼ੀਅਮ ਆਕਸਾਈਡ ਬਣਾਈਏ, ਠੀਕ ਹੈ। ਸੋ ਨੈਕਸਟ ਇਹਦੇ ਵਿੱਚ ਕੀ ਆਉਂਦਾ ਵਾ ਕਿ ਜਦੋਂ ਆਪਾਂ ਮੈਗਨੀਸ਼ੀਅਮ ਰਿਬਨ ਆ ਉਹਨੂੰ ਸੈਂਡ ਪੇਪਰ ਦੇ ਨਾਲ ਸਭ ਤੋਂ ਪਹਿਲਾਂ ਕਲੀਨ ਕਰ ਲੈਣਾ ਵਾ। ਦੈਨ ਉਸ ਤੋਂ ਬਾਅਦ ਉਹਨੂੰ ਸਪਿਰਿਟ ਲੈਂਪ ਦੇ ਉੱਪਰ ਰੱਖ ਕੇ ਬਰਨਰ ਦੀ ਹੈਲਪ ਦੇ ਨਾਲ ਬਰਨ ਕਰਨਾ ਵਾ, ਠੀਕ ਹੈ। ਸੋ ਆਪਣੇ ਕੋਲ ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਪਿਕਚਰ ਦੇ ਵਿੱਚ ਆ ਮੈਗਨੀਸ਼ੀਅਮ ਰਿਬਨ ਹੈ, ਠੀਕ ਹੈ। ਇੱਕ ਟੰਗਸ ਦੀ ਹੈਲਪ ਦੇ ਨਾਲ ਉਹਨੂੰ ਫੜਿਆ ਹੋਇਆ ਵਾ ਅਤੇ ਇੱਕ ਬਰਨਰ ਦੀ ਹੈਲਪ ਨਾਲ ਉਹਨੂੰ ਬਰਨ ਕਰ ਰਿਹਾ ਅਤੇ ਬਰਨ ਕਰਨ ਤੋਂ ਬਾਅਦ ਆਪਣੇ ਕੋਲ ਕੀ ਚੀਜ਼ ਅਵੇਲੇਬਲ ਹੋ ਗਈ ਆ, ਮੈਗਨੀਸ਼ੀਅਮ ਆਕਸਾਈਡ, ਠੀਕ ਹੈ। ਸੋ ਇਹ ਜਿਹੜਾ ਪਾਊਡਰ ਦੀ ਫੋਰਮ ਵਿੱਚ ਆ ਇਹ ਮੈਗਨੀਸ਼ੀਅਮ ਆਕਸਾਈਡ ਆ ਜਿਹੜਾ ਕਿ ਆਕਸੀਜਨ ਅਤੇ ਮੈਗਨੀਸ਼ੀਅਮ ਰਿਬਨ ਦੇ ਰਿਐਕਸ਼ਨ ਤੋਂ ਬਾਅਦ ਆਪਾਂ ਨੂੰ ਮਿਲਦਾ। You must have observed that magnesium ribbon burns with a dazzling white flame and changes into a white powder. This white powder is magnesium oxide. It is formed due to reaction between magnesium and oxygen present in the air. Next activity is take a lead nitrate solution in a test tube. Add potassium iodine solution to this. What do you observe? And second activity है कि ਲੈਡ ਨਾਈਟਰੇਟ ਸਲਿਊਸ਼ਨ ਆ ਉਹਨੂੰ ਇੱਕ ਟੈਸਟ ਟਿਊਬ ਵਿੱਚ ਪਾਉਣਾ ਆਪਾਂ ਅਤੇ ਉਹਦੇ ਉੱਪਰ ਪੋਟਾਸ਼ੀਅਮ ਆਇਓਡੀਨ ਜਿਹੜਾ ਸਲਿਊਸ਼ਨ ਆ ਉਹਦੇ ਵਿੱਚ ਐਡ ਕਰਨਾ। ਤੁਸੀਂ ਕੀ ਓਬਜ਼ਰਵ ਕਰਦੇ ਹੋ ਉਹਦੇ ਤੋਂ। ਸੋ
नाइट्रेट सोल्यूशन तो पोटाशियम आयोडीन सोल्यूशन ये दोनों कलरलैस ने, इन्हों का कोई भी कलर नहीं होंदा। सो जो आप इन्होंने दोनों को ऐड करते हैं दैन उस तो बाद की होंदा कि जो एक येलो कलर का सबसटेंस होंदा, कलर जो वो येलो कलर का हो जाता है। इस करके इस एक्टिविटी तो आप ऑबजर्व करते हैं कि जो आप लेड नाइट्रेट तो पोटाशियम आयोडीन सोल्यूशनस मिक्स करते हैं दैन अपने को किहड़ा कलर ऑबजर्व होंदा वा, येलो कलर। नैक्सट एक्टिविटी 1.3 take a few zinc granules in a conical flask or a test tube, add dilute hydrochloric acid or sulfuric acid to this. Do you observe anything happening around the zinc granules? Touch the conical flask or test tube. Is there any change in its temperature? सो 1.3 प्रोसैस इस तरीके नाल आपां करांगे कि एक अपने कोल टैस्ट ट्यूब दे विच एक सॉरी फ्लास्क दे विच आपां जिंक ग्रैनुअल्स पाउणे आ। जिंक ग्रैनुअल मतलब कि जिंक जिहड़ा वा उहदे टुकड़े पाउणे आ। दैन उस तो बाद उहदे विच आपां फ्यूरिक एसिड पावांगे। ठीक है, जदों आपां ये दोनों चीज़ां पाईआं ते आपां की ऑबजर्व करदे इहदे विच। मैंने इत्थे क्वेश्चन पूछा वा कि जदों तुसीं दोनों चीज़ां ऐड करदे हो तो तुसीं जिंक ग्रैनुअल दे उपर की चीज़ ऑबजर्व करदे हो। तो जिंक ग्रैनुअल्स के उपर आपां की ऑबजर्व करते हैं, बबल्स बन जाते हैं। देखो पिक्चर विच है कि ना छोटे छोटे बबल्स बनन लग जाते हैं। एंड नैक्सट उन्होंने बोलिया वा कि जदों तुसीं टच करोगे फ्लास्क नूं तो उदों की चेंज आंदा, जदों आपां फ्लास्क नूं टच करांगे तो इहदे विचों हीट प्रोड्यूस होंदी है। ठीक है, टैंपरेचर चेंज हो जाएगा मीनस हीट प्रोड्यूस होंदी है एंड हाइड्रोजन गैस जिहड़ी वो इवॉल्व होंदी है। सो इस प्रोसैस विच आपां की ऑबजर्व करते हैं फ्रॉम द above 3 activities we can say that any of following observation can help us to determine whether a chemical reaction has taken place. So पर तीनों जिहड़ियां आपां रिएक्शनस पढ़ियां एक्टिविटीज़ कीतियां उन्हां चों आपां की ऑबजर्व करदे हां कि जदों भी कोई कैमिकल रिएक्शन हुंदी है तो किहड़ियां चीज़ां हुंदियां। सो फस्ट हैगी चेंज इन स्टेट किवें चेंज है, जिवें आपां एक्टिविटी 1.1 च कीता कि जदों आपां मैगनीशियम रिबन नूं बर्न कीता ते अपने कोल रिबन जिहड़ा वा एक पाउडर फॉर्म च मैगनीशियम ऑक्साइड बने मीनस कि उसकी स्टेट चेंज होगी। सैकेंड चेंज इन कलर चेंजिस आउंदे आ, जिवें कि आपां पहलों भी देख चुके हैं। कलर चेंजिस किवें आंदे आ कि 1.2 एक्टिविटी च आपां देखिया सी कि जिहड़ा दोनों कलरलैस सोल्यूशनस आ जदों उन्हां नूं कंबाइन कीता रिएक्ट करवाया तो अपने कोल येलो कलर आ गया। नैक्सट एवोल्यूशन ऑफ गैस ये आप एक्टिविटी 1.3 देख चुके हैं कि जदों आप जिंक ग्रैनुअल्स एंड कोई भी सल्फ्यूरिक एसिड जिवें मान लो लिया दोनों रिएक्ट करवाया तो अपने को हाइड्रोजन गैस इवॉल्व हुई। एंड चेंज इन टैंपरेचर कि उस नाल ही 1.3 एक्टिविटी आप ये भी देखा कि जो टैंपरेचर वह चेंज हो गया मीनस कि हीट प्रोड्यूस होने लगी। सो ये जिहड़ियां 4 कंडीशनस ऑबजर्व होंदियां जदों आप कोई भी कैमिकल रिएक्शन परफॉर्म करते हैं। एज वी ऑबजर्व द चेंजेस अराउंड अस we can see that there is a large variety of chemical reaction taking place around us. We will study about the various types of chemical reactions and their symbolic representation in this chapter. So ਆਪਾਂ देखते हैं कि अपने आस-पास किन्नियां ही chemical reactions ਹੁੰਦੀਆਂ ਵਾ। सो उन्हां बारे ਆਪਾਂ पढ़ांगे chemical reactions ਦੀਆਂ टाइप्स बारे पढ़ांगे। जिवें अपने एनवायरनमेंट 'ਚ ਕਿਹੜੀਆਂ ਕੈਮੀਕਲ ਰਿਐਕਸ਼ਨ ਨੇ ਆਪਾਂ ਸਟਾਰਟਿੰਗ 'ਚ ਦੇਖਿਆ ਸੀ ਕਿ ਜਿਵੇਂ ਹੁਣ ਦੁੱਧ ਦਾ ਫਟਣਾ। ਠੀਕ ਹੈ, ਜਦੋਂ ਆਪਾਂ ਮਿਲਕ ਨੂੰ गर्मियों में रूम टैंपरेचर पर रखते हैं तो वह फट जाता वा। ठीक है, माइक्रो ऑर्गेनिजम्स बनने शुरू हो जाते हैं तो फिर क्या होंदा वा दुध जिहड़ा वो खराब हो जाता वा। कोई भी लोहे की चीज़ है जो आप ह्यूमिड एटमोसफेयरली जगह पर रखते हैं तो नमी वाली किसी भी जगह पर रखांगे तो वो उपर जंग लगना शुरू हो जाएगा। ये भी एक कैमिकल प्रोसैस है। ग्रेप्स गैट्स फर्मेंटेड अंगूर जिहड़े खट्टे हो जाते हैं वह भी एक कैमिकल प्रोसैस है। फूड इज़ कुकड खाना जिहड़ा हुंदा वा उहनूं आपां जदों आपां कुक कर लैंदे आ दैन की हुंदा कैमिकल प्रोसैस से आपां बोल सकदे कि जिहड़ा ओहदी पूरी जिहड़ी स्टेट है वो चेंज हो जाती है। ठीक है, डाइजेशन अपनी बॉडी विच डाइजेशन प्रोसैस नहीं खाना खा के उहदा बॉडी विच बचना वो भी की एक कैमिकल रिएक्शन है। एंड साह जिहड़ी अपनी साह प्रक्रिया वो भी की एक कैमिकल रिएक्शन है। ठीक है, सो इस वीडियो विच इन्ना ही। आपां नैक्सट वीडियो विच पढ़ांगे कैमिकल इक्वेशनस बारे एंड किवें उन्हां नूं आपां राइट करदे हां ते किवें बैलेंस करांगे उहदे बारे डिटेल च पढ़ांगे। आई होप तुहानूं ये वीडियो अच्छी लगी होगी। थैंक यू फॉर वॉचिंग।